ਤੁਸੀਂ ਸੁਣ ਰਹੇ ਹੋ ਭੁਪਿੰਦਰ ਸਿੰਘ ਰੈਣਾ ਦੇ ਲਿਖੇ ਹੋਏ ਨਾਵਲ ਬੇਨਾਮ ਰਿਸ਼ਤੇ ਦੀ ਤੀਸਰੀ ਕਿਸ਼ਤ। ਸ਼ਮਾ ਪੰਗੂ ਦੀ ਜ਼ੁਬਾਨੀ। 6-8 ਮਹੀਨੇ ਏਦਾਂ ਹੀ ਬੀਤ ਗਏ। ਬੱਚੇ ਦੀ ਕੋਈ ਉਮੀਦ ਨਹੀਂ ਜਾਗੀ। ਪ੍ਰੀਤੀ ਤੇ ਬਬਲੂ ਦਾ ਜੀਵਨ ਸਧਾਰਨ ਤਰੀਕੇ ਨਾਲ ਚੱਲਦਾ ਰਿਹਾ। ਮਹੀਨੇ ਵਿੱਚ ਇੱਕ ਅੱਧ ਵਾਰ ਉਹ ਸ਼੍ਰੀਨਗਰ ਆਪਣੀ ਮਾਂ ਨੂੰ ਮਿਲਣ ਚਲੀ ਜਾਂਦੀ। ਆਪ ਉਹ ਬਾਰਾਮੂਲੇ ਰਹਿੰਦੀ ਸੀ। ਕੁਲਦੀਪ ਨੇ ਦੁਕਾਨ ਦੇ ਕੋਲ ਹੀ ਇੱਕ ਕਮਰਾ ਰਸੋਈ ਕਿਰਾਏ ਤੇ ਲਿਆ ਹੋਇਆ ਸੀ, ਪਰ ਕੁਲਦੀਪ ਆਪਣਾ ਅਪਮਾਨ ਨਹੀਂ ਸੀ ਭੁੱਲਿਆ। ਕਿਸੇ ਨਾ ਕਿਸੇ ਢੰਗ ਨਾਲ ਉਹ ਪ੍ਰੀਤੀ ਕੋਲੋਂ ਆਪਣੇ ਅਪਮਾਨ ਦਾ ਹਿਸਾਬ ਕਿਤਾਬ ਚੁਕਤਾ ਕਰਨਾ ਚਾਹੁੰਦਾ ਸੀ। ਇਸ ਘਟਨਾ ਤੋਂ ਬਾਅਦ ਉਸ ਦੀ ਮਿੱਤਰਤਾ ਬਬਲੂ ਨਾਲ ਵੱਧ ਗਈ ਸੀ। ਭਾਵੇਂ ਉਸ ਦੇ ਘਰ ਨਹੀਂ ਸੀ ਜਾਂਦਾ, ਪਰ ਉਸ ਦੀ ਆਰਥਿਕ ਸਹਾਇਤਾ ਕਰ ਦਿੰਦਾ ਸੀ, ਕਿਉਂਕਿ ਕਰਿਆਨੇ ਦੀ ਦੁਕਾਨ ਕੋਈ ਖਾਸ ਚੱਲਦੀ ਵੀ ਨਹੀਂ ਸੀ। ਬਬਲੂ ਵੀ ਉਸ ਤੇ ਬਹੁਤ ਭਰੋਸਾ ਕਰਦਾ ਸੀ। ਕੁਲਦੀਪ ਠੇਕੇਦਾਰੀ ਕਰਦਾ ਸੀ, ਹੱਥੋਂ ਸੌਖਾ ਸੀ ਤੇ ਅੱਛੇ ਪਰਿਵਾਰ ਤੋਂ ਵੀ ਸੀ। ਹਾਲੇ ਵਿਆਹ ਨਹੀਂ ਸੀ ਕੀਤਾ ਉਸਨੇ, ਤੇ ਮਿੱਤਰ ਮੰਡਲੀ ਵਿੱਚ ਚੰਗੀ ਪਕੜ ਸੀ। ਦੋਸਤਾਂ ਯਾਰਾਂ ਨਾਲ ਪਾਰਟੀਆਂ ਕਰਨਾ ਉਸਦਾ ਸ਼ੌਕ ਸੀ। ਕਿਸੇ ਵੀ ਯਾਰ ਦੋਸਤ ਦੀ ਲੋੜ ਵੇਲੇ ਮਦਦ ਕਰ ਦਿੰਦਾ ਸੀ ਤੇ ਸਭ ਦਾ ਚਹੇਤਾ ਵੀ ਸੀ। ਕੋਈ ਦੋਸਤ ਉਸ ਦੀ ਗੱਲ ਨਹੀਂ ਸੀ ਟਾਲਦਾ। ਇੱਕ ਦਿਨ ਉਸਨੇ ਬਬਲੂ ਨੂੰ ਕਿਹਾ, ਯਾਰ ਤੇਰੇ ਵਿਆਹ ਦੀ ਸਾਲਗਿਰਾ ਆਉਣ ਵਾਲੀ ਹੈ, ਕਿਤੇ ਬਾਹਰ ਜਾ ਕੇ ਮਨਾਈਏ, ਗੁਲਮਰਗ ਚੱਲੀਏ ਜਾਂ ਫਿਰ ਪਹਿਲਗਾਮ। ਵਧੀਆ ਜਸ਼ਨ ਕਰਾਂਗੇ ਤੇ ਯਾਦਗਾਰ ਦਿਨ ਮਨਾਵਾਂਗੇ। ਕੀ ਖਿਆਲ ਹੈ ਤੇਰਾ? ਗੱਲ ਤਾਂ ਤੇਰੀ ਠੀਕ ਹੈ ਵੀਰੇ, ਪਰ ਪ੍ਰੀਤੀ ਨੂੰ ਪੁੱਛਣਾ ਪਵੇਗਾ, ਬਬਲੂ ਨੇ ਉੱਤਰ ਦਿੱਤਾ। ਯਾਰ ਭਾਬੀ ਨੂੰ ਦੱਸਣ ਦੀ ਕੀ ਲੋੜ ਹੈ? ਕੁਲਦੀਪ ਨੇ ਸੁਝਾਇਆ। ਫਿਰ ਵੀ ਯਾਰ ਉਹ ਜਾਣ ਲਈ ਤਿਆਰ ਹੋਣੀ ਚਾਹੀਦੀ ਆ। ਉਸ ਨੂੰ ਦੱਸਣ ਦੀ ਲੋੜ ਹੀ ਨਹੀਂ, ਸਰਪ੍ਰਾਈਜ਼ ਹੋਣਾ ਚਾਹੀਦਾ। ਕੀ ਤੂੰ ਉਸ ਨੂੰ ਜਾਣ ਵਾਸਤੇ ਮਨਾ ਸਕਦਾ ਹੈ? ਤੂੰ ਮੇਰਾ ਨਾਂ ਹੀ ਨਹੀਂ ਲੈਣਾ। ਤੂੰ ਉਸ ਨੂੰ ਕਹਿ ਕਿ ਤੁਸੀਂ ਦੋਨੋਂ ਹੀ ਸਾਲਗਿਰਾ ਮਨਾਉਣ ਜਾਓਗੇ। ਕਿੱਥੇ ਜਾਣਾ ਹੈ ਇਹ ਮੈਂ ਤੈਨੂੰ ਜਗ੍ਹਾ ਬੁੱਕ ਕਰਕੇ ਦੱਸ ਦਿਆਂਗਾ। ਟੈਕਸੀ ਦਾ ਵੀ ਪ੍ਰਬੰਧ ਕਰ ਦੇਵਾਂਗਾ ਤੇ ਮੈਂ ਅਚਾਨਕ ਹੀ ਉੱਥੇ ਸ਼ਾਮ ਨੂੰ ਆ ਜਾਵਾਂਗਾ, ਤੇ ਇਹ ਵੀ ਭਾਬੀ ਲਈ ਸਰਪ੍ਰਾਈਜ਼ ਹੋਏਗਾ। ਕੀ ਖਿਆਲ ਹੈ? ਕੁਲਦੀਪ ਨੇ ਸਾਰੇ ਪ੍ਰੋਗਰਾਮ ਦਾ ਵੇਰਵਾ ਬਬਲੂ ਨੂੰ ਸਮਝਾਇਆ। ਹਾਂ ਯਾਰ, ਇਹ ਸਕੀਮ ਠੀਕ ਰਹੇਗੀ। ਮੈਂ ਪ੍ਰੀਤੀ ਨਾਲ ਗੱਲ ਕਰਕੇ ਪ੍ਰੋਗਰਾਮ ਬਣਾਉਂਦਾ, ਬਬਲੂ ਦਾ ਉੱਤਰ ਸੀ। ਕੁਲਦੀਪ ਦੀ ਚਾਲ ਲੱਗਦਾ ਸੀ ਸਫਲ ਹੋ ਜਾਏਗੀ। ਉਸ ਨੂੰ ਪਤਾ ਸੀ ਅਗਰ ਕੁਲਦੀਪ ਦਾ ਨਾਂ ਕਿਤੇ ਆਇਆ ਤਾਂ ਪ੍ਰੀਤੀ ਜਾਣ ਲਈ ਮਨਾ ਕਰ ਦੇਵੇਗੀ। ਇਸ ਲਈ ਉਸਨੇ ਬਬਲੂ ਨੂੰ ਭਰੋਸੇ ਵਿੱਚ ਲੈ ਕੇ ਵਿਉਂਤ ਰਚੀ। ਪ੍ਰੀਤੀ ਨੂੰ ਜਾਣਾ ਚੰਗਾ ਲੱਗਿਆ। ਸਾਲ ਤੋਂ ਇਹੋ ਜਿਹੀ ਥਾਂ ਨਹੀਂ ਗਈ ਸੀ। ਝੀਲਾਂ ਤੇ ਦੇਵਦਾਰਾਂ ਦੀ ਸਾਂ ਸੁਣਿਆ ਬਹੁਤ ਸਮਾਂ ਹੋ ਗਿਆ ਸੀ। ਉਹ ਫੇਰ ਉਸੇ ਵਾਤਾਵਰਣ ਨੂੰ ਜੀਣਾ ਚਾਹੁੰਦੀ ਸੀ ਜਿਹੜਾ ਕੁਕਰਨਾਗ ਤੇ ਵੈਰੀਨਾਗ ਦੇ ਚਸ਼ਮੇ ਤੇ ਫਿਆਜ਼ ਨਾਲ ਬਤੀਤ ਕੀਤਾ ਸੀ। ਭਾਵੇਂ ਵਕਤ ਬੀਤਣ ਨਾਲ ਕੁਝ ਯਾਦਾਂ ਧੁੰਦਲੀਆਂ ਹੋ ਗਈਆਂ ਸਨ, ਉਸ ਦੇ ਮਨ ਮਸਤਕ ਤੋਂ ਮੁੱਕੀਆਂ ਨਹੀਂ ਸਨ। ਚਿਣਨ ਦੁਖਦੀ ਸੀ ਕਲੇਜੇ ਦੇ ਕਿਸੇ ਕੋਨੇ ਵਿੱਚ। ਨਿਰਧਾਰਿਤ ਦਿਨ ਤੇ ਬਬਲੂ ਤੇ ਪ੍ਰੀਤੀ ਪਹਿਲਗਾਮ ਚਲੇ ਗਏ। ਪਿਛਲੇ ਸਾਲ ਵਰਗਾ ਹੀ ਮੌਸਮ ਸੀ, ਸੁਹਾਵਣਾ ਤੇ ਲੁਭਾਵਣਾ। ਹੋਟਲ ਵਿੱਚ ਕਮਰਾ ਬੁੱਕ ਸੀ। ਥੋੜੇ ਵਕਤ ਆਰਾਮ ਕਰਨ ਮਗਰੋਂ ਬਾਹਰ ਸੈਰ ਕਰਨ ਨਿਕਲੇ। ਚਲਦੇ ਚਲਦੇ ਦੂਰ ਨਿਕਲ ਗਏ, ਜਿੱਧਰ ਨਾਲੇ ਦੇ ਕਿਨਾਰੇ ਵੱਲ ਪਾਣੀ ਦਾ ਉਹੀ ਸੰਗੀਤ ਜਿਹੜਾ ਕਈ ਵਾਰੀ ਪਹਿਲੇ ਵੀ ਸੁਣ ਚੁੱਕੀ ਸੀ। ਪ੍ਰੀਤੀ ਤੇਜ਼ ਠੰਡੀ ਹਵਾ ਤੇ ਤਨ ਨੂੰ ਠੰਡਕ ਪਹੁੰਚਾਉਂਦੀ ਚੱਲ ਰਹੀ ਸੀ। ਤਨ ਤੇ ਪਾਏ ਵਸਤਰ ਵੀ ਉੱਡ ਜਾਂਦੇ ਉਹਨਾਂ ਲਹਿਰਾਂ ਦੀ ਰਫ਼ਤਾਰ ਵਿੱਚ। ਬਬਲੂ ਨੂੰ ਵੀ ਆਪਣੀ ਪਤਨੀ ਨਾਲ ਚੱਲਦਿਆਂ ਇੱਕ ਅਲੌਕਿਕ ਸੰਸਾਰ ਦੀ ਅਨੁਭੂਤੀ ਹੋ ਰਹੀ ਸੀ। ਇਹੋ ਜਿਹੇ ਮੰਜ਼ਰ ਦੀ ਉਹ ਕਲਪਨਾ ਵੀ ਨਹੀਂ ਕਰ ਸਕਦਾ ਸੀ। ਉਸ ਦੇ ਜੀਵਨ ਦਾ ਵਾਕਿਆ ਹੀ ਅਭੁੱਲ ਦਿਨ ਸੀ। ਸ਼ਾਮ ਹੁੰਦੇ ਹੁੰਦੇ ਉਹ ਵਾਪਸ ਹੋਟਲ ਆ ਗਏ। ਰਿਸੈਪਸ਼ਨ ਤੋਂ ਚਾਬੀ ਲਈ ਤੇ ਹੋਟਲ ਦੀ ਲੌਬੀ ਵਿੱਚ ਨੂੰ ਬੈਠੇ ਵੇਖ ਕੇ ਪ੍ਰੀਤੀ ਦੇ ਜਿਵੇਂ ਹੋਸ਼ ਉੱਡ ਗਏ। ਬੜੀ ਮੁਸ਼ਕਲ ਨਾਲ ਬਬਲੂ ਨੇ ਉਸ ਨੂੰ ਸਹਾਰਾ ਦਿੱਤਾ ਤੇ ਪੁੰਜੇ ਡਿੱਗਣ ਤੋਂ ਬਚਾਇਆ। ਪਾਣੀ ਮੰਗਾਇਆ, ਪਿਲਾਇਆ ਤੇ ਉਹ ਕੁਝ ਠੀਕ ਹੋਈ।
ਬਬਲੂ ਵਾਰ-ਵਾਰ ਪੁੱਛਦਾ ਰਿਹਾ, ਕੀ ਹੋਇਆ? ਤੂੰ ਤੇ ਬਿਲਕੁਲ ਠੀਕ ਸੀ। ਹੁਣ ਠੀਕ ਹੈ? ਕਿੰਨੇ ਹੀ ਸਵਾਲ ਉਹ ਕਰ ਬੈਠਾ। ਕੁਲਦੀਪ ਵੀ ਕੋਲ ਆ ਗਿਆ ਤੇ ਪ੍ਰੀਤੀ ਨੂੰ ਸਹਾਰਾ ਦੇਣ ਦਾ ਯਤਨ ਕੀਤਾ। ਥੋੜੀ ਦੇਰ ਬਾਅਦ ਸਭ ਠੀਕ ਹੋ ਗਿਆ। ਪ੍ਰੀਤੀ ਨੇ ਵੀ ਆਪਣੇ ਆਪ ਨੂੰ ਸੰਭਾਲ ਲਿਆ। ਕੁਲਦੀਪ ਨੇ ਆਪਣੇ ਆਉਣ ਦਾ ਇੱਕ ਸੰਯੋਗ ਹੀ ਦੱਸਿਆ ਕਿ ਉਸ ਦਾ ਠੇਕੇਦਾਰੀ ਦਾ ਕੰਮ ਇੱਥੇ ਚੱਲ ਰਿਹਾ ਹੈ ਤੇ ਉਹ ਹਰ ਹਫ਼ਤੇ ਇੱਥੇ ਆਉਂਦਾ ਹੈ। ਬਬਲੂ ਪ੍ਰੀਤੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ, ਆਰਾਮ ਕਰਨ ਲਈ ਬੈੱਡ ਤੇ ਬਿਠਾ ਦਿੱਤਾ, ਚਾਹ ਪਾਣੀ ਮੰਗਾਇਆ ਤੇ ਪ੍ਰੀਤੀ ਤੋਂ ਫਿਰ ਪੁੱਛਿਆ, ਕੀ ਹੋਇਆ ਸੀ? ਚੱਕਰ ਆ ਗਿਆ ਸੀ, ਪਰ ਮੈਂ ਹੈਰਾਨ ਹਾਂ ਕਿ ਤੁਹਾਡਾ ਦੋਸਤ ਇੱਥੇ ਕਿਵੇਂ ਆਇਆ ਹੈ। ਚੱਲੀਏ, ਕਾਰੋਬਾਰੀ ਬੰਦਾ ਹੈ, ਠੇਕੇਦਾਰ ਹੈ, ਇੱਥੇ ਵੀ ਉਹਦਾ ਠੇਕਾ ਚੱਲ ਰਿਹਾ ਹੈ, ਉਸੇ ਸਿਲਸਿਲੇ ਵਿੱਚ ਆਇਆ ਹੋਣਾ। ਇਸ ਵਿੱਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਕੁਲਦੀਪ ਬੜਾ ਹੀ ਚੰਗਾ ਬੰਦਾ ਹੈ, ਦੋਸਤਾਂ ਦਾ ਦੋਸਤ ਆ, ਕਿਰਦਾਰ ਤਾਂ ਇੰਨਾ ਮਾੜਾ ਨਹੀਂ। ਤੂੰ ਸ਼ਾਇਦ ਉਸ ਸ਼ਾਮ ਦੇ ਕਾਰਨ ਪਰੇਸ਼ਾਨ ਹੈ, ਜਦੋਂ ਮੇਰੇ ਘਰ ਨਾ ਹੋਣ ਤੇ ਉਹ ਸਾਡੇ ਘਰ ਆਇਆ ਸੀ। ਉਸਨੇ ਮੈਨੂੰ ਦੱਸ ਦਿੱਤਾ ਸੀ, ਉਹਦੇ ਦਿਲ ਵਿੱਚ ਐਸਾ ਕੁਝ ਨਹੀਂ ਸੀ, ਉਹ ਕੇਵਲ ਤੈਨੂੰ ਅਜ਼ਮਾਉਣ ਆਇਆ ਸੀ, ਬਬਲੂ ਨੇ ਸਮਝਾਇਆ। ਮੈਨੂੰ ਕੀ ਅਜ਼ਮਾਉਣਾ ਸੀ? ਪ੍ਰੀਤੀ ਨੇ ਪੁੱਛਿਆ। ਲੋਕਾਂ ਦੇ ਮਨ ਵਿੱਚ ਕਈ ਗਲਤਫਹਿਮੀਆਂ ਪਲਦੀਆਂ ਰਹਿੰਦੀਆਂ ਨੇ। ਤੂੰ ਉਸ ਘਟਨਾ ਨੂੰ ਭੁੱਲ ਜਾ, ਕੋਈ ਗੱਲ ਨਹੀਂ। ਘੰਟਾ 2 ਘੰਟੇ ਬੈਠਾਂਗੇ, ਗੱਪਸ਼ਪ ਲਾਵਾਂਗੇ, ਖਾਣਾ ਖਾ ਕੇ ਉਹ ਆਪਣੇ ਕਮਰੇ ਵਿੱਚ ਤੇ ਅਸੀਂ ਆਪਣੇ ਕਮਰੇ ਵਿੱਚ। ਠੀਕ ਹੈ, ਪ੍ਰੀਤੀ ਨੇ ਹਾਮੀ ਭਰ ਦਿੱਤੀ। ਬਬਲੂ ਨੇ ਕੁਲਦੀਪ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ ਤੇ ਆ ਕੇ ਉਹ ਸਾਹਮਣੇ ਪਏ ਸੋਫੇ ਤੇ ਬੈਠ ਗਿਆ। ਹਲਕੀ ਫੁਲਕੀ ਗੱਲਬਾਤ ਚੱਲਦੀ ਰਹੀ ਤੇ ਰਾਤ ਪੈ ਗਈ ਸੀ। ਮੌਸਮ ਵੀ ਥੋੜਾ ਠੰਡਾ ਹੋ ਗਿਆ ਸੀ। ਸਤੰਬਰ ਦੇ ਮਹੀਨੇ ਪਹਿਲਗਾਮ ਵਿੱਚ ਠੰਡ ਸ਼ੁਰੂ ਹੋ ਜਾਂਦੀ ਹੈ, ਖਾਸ ਕਰ ਸ਼ਾਮ ਹੋਣ ਤੋਂ ਬਾਅਦ। ਪਹਿਲਗਾਮ ਕਸ਼ਮੀਰ ਵਰਗੇ ਸਵਰਗ ਵਿੱਚ ਇੱਕ ਹੋਰ ਸਵਰਗ ਹੈ। ਅਮਰਨਾਥ ਦੀ ਯਾਤਰਾ ਦਾ ਇਹ ਬੇਸ ਕੈਂਪ ਹੈ। ਸ਼ਰਧਾਲੂ ਯਾਤਰਾ ਆਰੰਭ ਇੱਥੋਂ ਹੀ ਕਰਦੇ ਹਨ। ਯਾਤਰਾ ਦੀ ਚੜ੍ਹਾਈ ਇੱਥੋਂ ਸ਼ੁਰੂ ਹੁੰਦੀ ਹੈ। ਸ਼ਰਧਾਲੂ ਪੈਦਲ, ਘੋੜਿਆਂ ਤੇ ਜਾਂ ਪੈਦਲ ਪਾਲਕੀਆਂ ਤੇ ਬੈਠ ਕੇ ਸ਼੍ਰੀ ਅਮਰਨਾਥ ਦੇ ਦਰਸ਼ਨਾਂ ਲਈ ਜਾਂਦੇ ਹਨ, ਜਿੱਥੇ ਬਰਫ਼ ਦੇ ਬਣੇ ਸ਼ਿਵਲਿੰਗ ਦੇ ਦਰਸ਼ਨ ਕਰਦੇ ਹਨ। ਉੱਥੇ ਸ਼ਿਵਲਿੰਗ ਬਰਫ਼ ਦਾ ਬਣ ਜਾਂਦਾ ਹੈ ਤੇ ਯਾਤਰਾ ਆਰੰਭ ਹੋਣ ਤੇ ਹੌਲੀ-ਹੌਲੀ ਪਿਘਲਣ ਲੱਗਦਾ ਹੈ ਤੇ ਰੱਖੜੀ ਦੀ ਪੂਰਨਮਾਸ਼ੀ ਤੱਕ ਪਿਘਲ ਜਾਂਦਾ ਹੈ। ਹਿੰਦੂ ਧਰਮ ਦੇ ਆਸਥਾ ਦਾ ਪ੍ਰਤੀਕ ਹੈ ਇਹ ਸ਼ਿਵਲਿੰਗ ਤੇ ਇਹ ਯਾਤਰਾ। ਲੱਖਾਂ ਲੋਕ ਹਰ ਸਾਲ ਯਾਤਰਾ ਕਰਦੇ ਹਨ ਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਦੇ ਹਨ। ਪਹਿਲਗਾਮ ਆਪਣੀ ਸੁੰਦਰਤਾ ਤੇ ਮੌਸਮ ਕਾਰਨ ਸੈਲਾਨੀਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੈ। ਇਹ ਸਥਾਨ ਕੁਲਦੀਪ ਨੇ ਚੁਣਿਆ ਸੀ ਆਪਣੇ ਮਿੱਤਰ ਦੀ ਸ਼ਾਦੀ ਦੀ ਸਾਲਗਿਰਾ ਮਨਾਉਣ ਲਈ। ਕਮਰੇ ਵਿੱਚ ਤਿੰਨੇ ਬੈਠੇ ਗੱਪਸ਼ਪ ਲਾਉਂਦੇ ਰਹੇ। ਕੁਲਦੀਪ ਕਾਫੀ ਹੱਦ ਤੱਕ ਆਪਣੀ ਹਰਕਤ ਦੀ ਸਫਾਈ ਦੇ ਚੁੱਕਾ ਸੀ। ਵਾਤਾਵਰਣ ਠੀਕ ਹੋ ਗਿਆ ਸੀ। ਪ੍ਰੀਤੀ ਦੇ ਮਨ ਤੋਂ ਵੀ ਭਾਰ ਉਤਰ ਚੁੱਕਾ ਸੀ ਤੇ ਉਹ ਬਿਲਕੁਲ ਠੀਕ ਹੋ ਗਈ ਸੀ। ਉਸਨੇ ਬਬਲੂ ਨੂੰ ਕਿਹਾ, ਯਾਰ ਖਾਣੇ ਦਾ ਕਹਿ ਦਿੰਦੇ ਹਾਂ, ਤਿਆਰ ਹੁੰਦੇ ਵੀ ਵਕਤ ਲੱਗ ਜਾਂਦਾ ਹੈ। ਜਦ ਤੱਕ ਖਾਣਾ ਲੱਗਦਾ ਹੈ ਮੈਂ ਥੋੜੀ ਗੁਸਤਾਖੀ ਕਰ ਲੈਂਦਾ ਹਾਂ। ਕਿਹੜੀ ਗੁਸਤਾਖੀ? ਬਬਲੂ ਨੇ ਪੁੱਛਿਆ। ਯਾਰ ਤੈਨੂੰ ਪਤਾ ਹੀ ਹੈ, 2-3 ਪੈਗ ਦਾਰੂ ਦੇ ਪੀਂਦਾ ਹਾਂ ਰੋਟੀ ਖਾਣ ਤੋਂ ਪਹਿਲੇ, ਅਗਰ ਭਾਬੀ ਜੀ ਨੂੰ ਕੋਈ ਇਤਰਾਜ਼ ਨਾ ਹੋਵੇ, ਕੁਲਦੀਪ ਨੇ ਪੁੱਛਿਆ। ਕੋਈ ਗੱਲ ਨਹੀਂ ਯਾਰ, ਤੈਨੂੰ ਪਤਾ ਮੈਂ ਤੇ ਕਦੀ ਪੀਂਦਾ ਨਹੀਂ ਤੇ ਨਾ ਹੀ ਕਦੀ ਪੀਣੀ ਚਾਹੁੰਦਾ ਹਾਂ। ਹਾਂ ਬਈ, ਤੂੰ ਤੇ ਸੰਤ ਪੁਰਸ਼ ਹੈ, ਤੈਨੂੰ ਤੇ ਅਸੀਂ ਪੁੱਛਦੇ ਵੀ ਨਹੀਂ। ਕੋਈ ਸ਼ਰਬਤ ਜਾਂ ਕੋਕਾ ਕੋਲਾ ਗਲਾਸ ਪੀ ਸਕਦੇ ਹਾਂ ਸ਼ੈਂਪੇਨ ਲਈ? ਹਾਂ ਕਿਉਂ ਨਹੀਂ, ਤੂੰ ਸਾਡੇ ਵਾਸਤੇ ਕੋਕਾ ਕੋਲਾ ਹੀ ਮੰਗਵਾ ਲੈ। ਕਿਉਂ ਪ੍ਰੀਤੀ? ਬਬਲੂ ਨੇ ਪ੍ਰੀਤੀ ਨੂੰ ਪੁੱਛਿਆ। ਹਾਂ ਕੋਈ ਗੱਲ ਨਹੀਂ, ਪ੍ਰੀਤੀ ਨੇ ਹਾਂ ਵਿੱਚ ਸਿਰ ਹਿਲਾਇਆ। ਕੁਲਦੀਪ ਨੇ ਵੇਟਰ ਨੂੰ ਬੁਲਾਇਆ, ਖਾਣੇ ਲਈ ਕਿਹਾ ਤੇ ਨਾਲੇ ਆਪਣੇ ਕਮਰੇ ਚੋਂ ਦਾਰੂ ਮੰਗਾਈ ਤੇ 2 ਗਲਾਸਾਂ ਵਿੱਚ ਕੋਕਾ ਕੋਲਾ ਮੰਗਵਾਇਆ। ਵੇਟਰ ਨੇ ਸਭ ਕੁਝ ਲਿਆ ਕੇ ਟੇਬਲ ਤੇ ਰੱਖ ਦਿੱਤਾ। ਕੁਲਦੀਪ ਨੇ ਆਪਣੇ ਲਈ ਪੈਗ ਬਣਾਇਆ ਤੇ ਉਹਨਾਂ ਨੂੰ ਕੋਕਾ ਕੋਲਾ ਫੜਾ ਦਿੱਤਾ। ਇਹ ਸਵਾ ਘੰਟਾ ਦੌਰ ਚੱਲਿਆ। ਉਸ ਦੌਰਾਨ ਹੀ ਪ੍ਰੀਤੀ ਤੇ ਬਬਲੂ ਦਾ ਸਿਰ ਚਕਰਾਉਣ ਲੱਗਾ। ਅੱਖਾਂ ਬੰਦ ਹੋਣ ਲੱਗੀਆਂ। ਹੌਲੀ-ਹੌਲੀ ਗੱਲਾਂ ਕਰਨੋਂ ਵੀ ਰੁਕ ਗਏ ਤੇ ਬੈੱਡ ਤੇ ਪਸਰ ਗਏ। ਲੱਗਿਆ ਜਿਵੇਂ ਹੋਸ਼ ਹੀ ਗਵਾ ਬੈਠੇ ਹੋਣ। ਖਾਣਾ ਟੇਬਲ ਤੇ ਲੱਗ ਗਿਆ ਸੀ। ਕੁਲਦੀਪ ਨੇ ਵੇਟਰ ਨੂੰ ਹਦਾਇਤ ਕੀਤੀ ਕਿ ਜਦੋਂ ਉਸ ਨੂੰ ਬੁਲਾਏਗਾ ਤਦ ਹੀ ਆਉਣਾ। ਕੁਲਦੀਪ ਆਪਣੀ ਚਾਲ ਵਿੱਚ ਸਫਲ ਹੋ ਗਿਆ ਸੀ।
ਉਸਨੇ ਕੇਕ ਵਿੱਚ ਨਸ਼ੇ ਦੀ ਦਵਾਈ ਪਵਾ ਕੇ ਦੋਨਾਂ ਨੂੰ ਬੇਹੋਸ਼ ਕਰ ਦਿੱਤਾ ਸੀ ਤੇ ਦੋਨੋਂ ਮੁਗਤ ਹੋ ਕੇ ਸੌਂ ਗਏ ਸਨ। ਅੱਧੇ ਘੰਟੇ ਵਿੱਚ ਹੀ ਬੇਹੋਸ਼ੀ ਦੀ ਦਵਾਈ ਅਸਰ ਕਰ ਗਈ ਸੀ। ਕੁਲਦੀਪ ਨੇ ਬਬਲੂ ਨੂੰ ਕਾਫੀ ਹਿਲਾਇਆ ਪਰ ਪੂਰੀ ਤਰ੍ਹਾਂ ਬੇਹੋਸ਼ ਸੀ। ਪ੍ਰੀਤੀ ਨੂੰ ਹਿਲਾ ਕੇ ਵੇਖਿਆ, ਉਹ ਵੀ ਬੇਸੁੱਧ ਸੀ। ਫਿਰ ਉਸਨੇ ਪ੍ਰੀਤੀ ਨੂੰ ਨਿਰਵਸਤਰ ਕਰਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਉਹਨਾਂ ਦੇ ਜਾਗਣ ਤੋਂ ਪਹਿਲੇ ਹੋਟਲ ਦਾ ਸਾਰਾ ਹਿਸਾਬ ਕਿਤਾਬ ਕਰਕੇ ਹੋਟਲ ਛੱਡ ਗਿਆ। ਜਦੋਂ ਪ੍ਰੀਤੀ ਦੀ ਨੀਂਦ ਖੁੱਲੀ, ਸਿਰ ਭਾਰਾ ਸੀ, ਨਿਰਵਸਤਰ ਬਿਸਤਰ ਤੇ ਪਈ ਸੀ। ਉਸ ਦਾ ਅੰਗ ਟੁੱਟ ਰਿਹਾ ਸੀ। ਸਰੀਰ ਤੇ ਥਾਂ-ਥਾਂ ਕਾਲੇ ਨਿਸ਼ਾਨ ਪਏ ਸਨ। ਪੇਟ ਵਿੱਚ ਦਰਦ ਸੀ। ਉਹ ਫਿਰ ਲੁੱਟ ਚੁੱਕੀ ਸੀ। ਉਸ ਦੇ ਨਾਲ ਬਲਾਤਕਾਰ ਹੋਇਆ ਸੀ। ਉਸਨੇ ਬਬਲੂ ਨੂੰ ਜਗਾਇਆ। ਉਹ ਹਾਲੀ ਵੀ ਬੇਹੋਸ਼ ਸੀ। ਪ੍ਰੀਤੀ ਸਭ ਕੁਝ ਸਮਝ ਗਈ ਸੀ। ਉਹ ਸਮਝ ਗਈ ਕਿ ਕੁਲਦੀਪ ਦੀ ਚਾਲ ਸੀ। ਕੱਪੜੇ ਪਾ ਕੇ ਵੇਟਰ ਨੂੰ ਬੁਲਾਇਆ। ਕੁਲਦੀਪ ਨੂੰ ਬੁਲਾਉਣ ਵਾਸਤੇ ਕਿਹਾ, ਪਰ ਉਸ ਦਾ ਉੱਤਰ ਸੀ, ਮੇਮ ਸਾਹਿਬ, वो तो सुबह जल्दी ही चले गए हैं। ਪ੍ਰੀਤੀ ਦੇ ਸੱਤੀ ਕੱਪੜੀ ਅੱਗ ਲੱਗ ਗਈ। ਗੁੱਸੇ ਤੇ ਕ੍ਰੋਧ ਵਿੱਚ ਪਾਗਲ ਹੋ ਗਈ। ਅਗਰ ਉਸ ਨੂੰ ਕੁਲਦੀਪ ਉਸੇ ਵੇਲੇ ਮਿਲ ਜਾਂਦਾ ਤਾਂ ਉਸ ਦਾ ਖੂਨ ਕਰ ਦਿੰਦੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਉਹ ਹੁਣ ਬਬਲੂ ਨੂੰ ਵੀ ਨਹੀਂ ਜਗਾਉਣਾ ਚਾਹੁੰਦੀ ਸੀ। ਉਹਦੀ ਸੋਚ ਵਿੱਚ ਇਹ ਵੀ ਗੱਲ ਆਈ ਕਿ ਕਿਤੇ ਬਬਲੂ ਦੇ ਨਾਲ ਕੁਲਦੀਪ ਨੇ ਮਿਲ ਕੇ ਤੇ ਨਹੀਂ ਇਹ ਸਾਰੀ ਯੋਜਨਾ ਬਣਾਈ। ਪਰ ਇਹ ਕਿਵੇਂ ਹੋ ਸਕਦਾ ਹੈ? ਬਬਲੂ ਤੇ ਹੁਣ ਵੀ ਬੇਹੋਸ਼ ਹੈ। ਜ਼ਰੂਰ ਕੇਕ ਵਿੱਚ ਕੁਝ ਮਿਲਾ ਕੇ ਸਾਨੂੰ ਬੇਹੋਸ਼ ਕਰ ਦਿੱਤਾ ਹੈ। ਉਹਦਾ ਮਨ ਵਾਰ-ਵਾਰ ਬਬਲੂ ਨੂੰ ਵੀ ਦੋਸ਼ੀ ਠਹਿਰਾਉਂਦਾ। ਵਾਰ-ਵਾਰ ਸੋਚਦੀ ਕਿ ਬਬਲੂ ਨੂੰ ਪਤਾ ਸੀ ਕਿ ਕੁਲਦੀਪ ਨੇ ਇੱਥੇ ਆਉਣਾ ਹੈ। ਦੋਨਾਂ ਨੇ ਮਿਲ ਕੇ ਇਹ ਸਾਜ਼ਿਸ਼ ਰਚੀ ਹੈ। ਨਫ਼ਰਤ ਦੀ ਜ਼ਹਿਰ ਘੁਲ ਗਈ ਸੀ ਉਹਦੇ ਦਿਲ ਤੇ ਦਿਮਾਗ ਉੱਤੇ। ਕੁਲਦੀਪ ਦਾ ਬਹੁਤ ਵੱਡਾ ਤੇ ਘ੍ਰਿਣਿਤ ਅਪਰਾਧ ਸੀ ਜੋ ਮਾਫ ਕਰਨ ਦੇ ਯੋਗ ਨਹੀਂ ਸੀ। ਪ੍ਰੀਤੀ ਸਭ ਕੁਝ ਛੱਡ ਕੇ ਹੋਟਲ ਚੋਂ ਨਿਕਲ ਗਈ। ਬਬਲੂ ਸੁੱਤਾ ਹੀ ਰਿਹਾ ਤੇ ਉਸ ਦੇ ਪਰਸ ਚੋਂ ਪੈਸੇ ਕੱਢ ਕੇ ਲੈ ਗਈ। ਸ੍ਰੀਨਗਰ ਜਾਣ ਦਾ ਕਿਰਾਇਆ। ਉਸ ਦੇ ਜੀਵਨ ਵਿੱਚ ਫਿਰ ਇੱਕ ਮੋੜ ਆ ਗਿਆ। ਆਪਣੀਆਂ ਸਾਰੀਆਂ ਉਮੀਦਾਂ ਤੇ ਖਾਹਿਸ਼ਾਂ ਨੂੰ ਕੁਰਬਾਨ ਕਰਕੇ ਉਸਨੇ ਇਸ ਜ਼ਿੰਦਗੀ ਲਈ ਸਮਝੌਤਾ ਕੀਤਾ ਸੀ। ਉਸ ਨੂੰ ਕੀ ਮਿਲਿਆ? ਉਹ ਵਿਆਹ ਕਰਕੇ ਵੀ ਜ਼ਲੀਲ ਹੋਈ, ਬੇਇੱਜ਼ਤ ਹੋਈ। ਆਪਣੇ ਜ਼ਮੀਰ ਤੋਂ ਉਹ ਗਿਰ ਗਈ ਸੀ। ਇਹੋ ਕੁਝ ਇੱਥੇ ਹੋਣਾ ਸੀ ਤਾਂ ਫਿਆਜ਼ ਮਾੜਾ ਸੀ? ਉਹ ਸੋਚਦੀ ਰਹੀ ਤੇ ਸ੍ਰੀਨਗਰ ਚਲੀ ਗਈ। ਸ੍ਰੀਨਗਰ ਆ ਕੇ ਆਪਣੇ ਘਰ ਨਹੀਂ ਗਈ, ਗੁਰਦੁਆਰੇ ਨਹੀਂ ਗਈ, ਕਿਸੇ ਪਤਵੰਤੇ ਨੂੰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਸਿੱਧੀ ਉਸ ਠਿਕਾਣੇ ਤੇ ਗਈ ਜਿੱਥੇ ਉਸ ਨੂੰ ਫਿਆਜ਼ ਦੇ ਮਿਲਣ ਦੀ ਆਸ ਸੀ। ਫਿਆਜ਼ ਮਿਲਿਆ। ਬਹੁਤ ਹੈਰਾਨ ਹੋਇਆ 1 ਸਾਲ ਬਾਅਦ ਪ੍ਰੀਤੀ ਨੂੰ ਵੇਖ ਕੇ। ਪ੍ਰੀਤੀ ਦੇ ਖੁੱਲੇ ਵਾਲ, ਮੱਥੇ ਤੇ ਤਿਉੜੀ, ਅੱਖਾਂ ਵਿੱਚ ਗੁੱਸੇ ਦੀ ਲਾਲੀ ਸੀ। ਨਾ ਕੋਈ ਹਾਰ, ਨਾ ਕੋਈ ਸ਼ਿੰਗਾਰ। ਉਹਨੇ ਹੈਰਾਨੀ ਵਿੱਚ ਪੁੱਛਿਆ, प्रीति क्या हुआ है? मैं लुट गई फ्याज, पहले भी लुटी थी, अब तो मिट्टी में मिल गई है मेरी जिंदगी। मैं फिर से तेरे पास आई हूं। मेरा कोई सहारा नहीं तेरे सिवा। धोखे से मेरी इज्जत लूटी गई, मेरे से बलात्कार किया गया, मैं टूट गई हूं। या तू मेरा सहारा है या मुझे मौत के आगोश में जाना है। ਪ੍ਰੀਤੀ ਤੇ ਸਬਰ ਦਾ ਬੰਦ ਟੁੱਟ ਗਿਆ। ਫਿਆਜ਼ ਦੇ ਗਲੇ ਲੱਗ ਕੇ ਰੋ ਪਈ। ਹਿਚਕੋਲੇ ਲੈਣ ਲੱਗ ਗਈ। ਫਿਆਜ਼ ਨੇ ਉਸ ਨੂੰ ਸੀਨੇ ਨਾਲ ਲਗਾ ਲਿਆ, ਦਿਲਾਸਾ ਦਿੱਤਾ, ਪੂਰੀ ਗੱਲ ਸੁਣੀ ਤੇ ਫਿਰ ਬੋਲਿਆ, प्रीति घबराने की कोई बात नहीं, मैं हूं ना तेरे साथ। जो हुआ उसका मुझे बहुत अफसोस है और दुख है। मैं तुम्हें अपनी जान से भी ज्यादा चाहता हूँ। सारी उम्र तेरे साथ गुजारूंगा, तेरी हर परेशानी को दूर करूंगा। मैं तुम्हें अपने घर ले जाऊंगा, माँ बाप से खुलकर बात करूंगा, उस सिख से तुझे तलाक दिलवाऊंगा और शादी करके तेरे साथ जिंदगी बसाऊंगा। प्रीति ਦਾ ਮਨ ਹਲਕਾ ਹੋਇਆ। ਅੱਖਾਂ ਪੂੰਝੀਆਂ ਤੇ ਫਿਆਜ਼ ਨਾਲ ਉਸ ਦੇ ਮੋਟਰਸਾਈਕਲ ਤੇ ਬੈਠ ਕੇ ਚਲੀ ਗਈ ਕਿਤੇ ਦੂਰ।